ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਆਇਆ ਤਾ ਕਾ ਸਫਲ ਹੈ, ਪਰ ਉਪਕਾਰੀ ਹੋਏ। ਦੁਖ ਸਹਿ ਸਿਰ ਆਪਣੇ, ਸੁਖਦਾਈ ਸਭ ਕੋਇ। ਆਇਆ ਸਫਲ ਤਾਹੂ ਕਉ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਆਵਤ ਸੋ ਜਨ ਨਾਮਹਿ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਇਕ ਹੈ ਆਵਨ ਫਿਰ ਜੋਨ ਨ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਬਹੁਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਪੰਥ ਰਤਨ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਮਹਾਂਪੁਰਸ਼, ਜਿਨ੍ਹਾਂ ਬਾਰੇ ਗੁਰਬਾਣੀ ਦੇ ਵਿੱਚ ਫਰਮਾਨ ਹੈ, ਹਰ ਹਰ ਜਨ ਦੋਇ ਏਕ ਹੈ। ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਪਰਮੇਸ਼ਰ ਵਿੱਚ ਤੇ ਪਰਮੇਸ਼ਰ ਦੇ ਭਗਤਾਂ ਸੰਤਾਂ ਵਿੱਚ ਕੋਈ ਫਰਕ ਨਹੀਂ, ਇੱਕ ਰੂਪ ਹੁੰਦੇ ਹਨ। ਜਿਵੇਂ ਪਾਣੀ ਔਰ ਪਾਣੀ ਦੀਆਂ ਲਹਿਰਾਂ, ਸੋਨਾ ਔਰ ਸੋਨੇ ਦੇ ਗਹਿਣੇ ਇੱਕ ਰੂਪ ਹੀ ਹੁੰਦੇ ਹਨ। ਐਸੇ ਮਹਾਂਪੁਰਸ਼ ਪਰਉਪਕਾਰੀ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ 50 ਸਾਲਾ ਸੱਚਖੰਡ ਗਮਨ ਸੰਗਤਾਂ ਮਨਾ ਰਹੀਆਂ ਨੇ। 1969 ਦੇ ਵਿੱਚ ਮਹਾਂਪੁਰਸ਼ਾਂ ਨੇ ਕਮਰ ਕਸਾ ਕੀਤਾ ਸੀ। ਅੱਜ 50 ਸਾਲ ਹੋ ਗਏ ਨੇ ਅਤੇ ਸਾਧ ਸੰਗਤ ਜੀ ਜਿਉਂ-ਜਿਉਂ ਸਮਾਂ ਬੀਤੇਗਾ, ਮਹਾਂਪੁਰਸ਼ਾਂ ਦਾ ਪ੍ਰਭਾਵ ਵਧੀ ਜਾਏਗਾ। ਕਿਉਂਕਿ ਸੰਸਾਰੀ ਲੋਕਾਂ ਦੀ ਜਿਹੜੀ ਛਵੀ ਹੈ, ਸੋਭਾ ਹੈ, ਥੋੜ੍ਹਾ ਸਮਾਂ ਹੁੰਦੀ ਹੈ। ਮਾਇਆ ਕੀ ਸੋਭਾ 4 ਦਿਹਾੜੇ, ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਵਡਿਆਈ, ਕੋਈ ਬੰਦਾ ਮਾਇਆ ਕਮਾ ਲਵੇ, ਕੋਈ ਖੱਟ ਲਵੇ, ਚਮਕ ਦਮਕ ਬਣਾ ਲਵੇ, ਵੱਡੀਆਂ ਗੱਡੀਆਂ, ਕਾਰਾਂ, ਮਕਾਨ, ਕਾਰੋਬਾਰ ਵਧਾ ਲਵੇ, ਥੋੜ੍ਹੇ ਸਮੇਂ ਬਾਅਦ ਉਹਦੀ ਸੋਭਾ ਮੱਧਮ ਪੈ ਜਾਂਦੀ ਹੈ, ਚਮਕ ਘੱਟ ਜਾਂਦੀ ਹੈ। ਪਰ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਹਨ, ਜਿਉਂ-ਜਿਉਂ ਸਮਾਂ ਬੀਤਦਾ ਹੈ, ਤਿਉਂ-ਤਿਉਂ ਸੋਭਾ ਵੱਧਦੀ ਜਾਂਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਇ ਨਾ ਮੇਟਣ ਹਾਰਾ। ਉਹਨਾਂ ਮਹਾਂਪੁਰਸ਼ਾਂ ਦੀ ਸੋਭਾ ਜੁਗਾਂ ਜੁਗਾਂ ਤੋਂ ਹੋ ਰਹੀ ਹੈ, ਹੁੰਦੀ ਰਹੇਗੀ। ਕੋਈ ਸੰਸਾਰ ਦੀ ਤਾਕਤ ਜ਼ੋਰ ਲਾ ਕੇ ਵੀ ਮਹਾਂਪੁਰਸ਼ਾਂ ਦੀ ਸੋਭਾ ਨੂੰ ਘਟਾ ਨਹੀਂ ਸਕਦੀ। ਸਤਿਗੁਰੂ 10ਵੇਂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਸੀ ਅਤੇ 52 ਕਵੀ ਅਤੇ ਹੋਰ ਬੜੇ ਪੜ੍ਹੇ ਲਿਖੇ ਵਿਦਵਾਨ ਬੈਠੇ ਸਨ। ਸਤਿਗੁਰੂ ਨੇ ਅਚਾਨਕ ਹੀ ਸਵਾਲ ਕਰ ਦਿੱਤਾ। ਕਹਿਣ ਲੱਗੇ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਇਹ ਦੱਸੋ ਵੀ ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕਿਹੜਾ ਸੀ? ਉਹ ਸਾਰੇ ਹੀ ਸੋਚਾਂ 'ਚ ਪੈ ਗਏ। ਇੱਕਦਮ ਕੋਈ ਸਵਾਲ ਹੋਵੇ ਨਾ, ਅਤੇ ਹਰ ਬੰਦਾ ਥੋੜ੍ਹਾ ਸੋਚਦਾ ਹੀ ਹੈ, ਅੰਦਾਜ਼ੇ ਲਾਉਣ ਲੱਗ ਪਏ। ਕਿਉਂਕਿ ਕਲਗੀਧਰ ਜੀ ਦੇ ਸਮੇਂ ਵਿੱਚ ਔਰ ਭਗਤ ਕਬੀਰ ਜੀ ਦੇ ਸਮੇਂ 'ਚ 250 ਸਾਲ ਦਾ ਫਰਕ ਹੈ। 250 ਸਾਲ ਪਹਿਲਾਂ ਕਿਹੜਾ ਬਾਦਸ਼ਾਹ ਜੀ, ਹੁਣ ਸਾਨੂੰ ਕੋਈ ਪੁੱਛੇ ਤਾਂ ਆਪਾਂ ਵੀ ਨਹੀਂ ਦੱਸ ਸਕਣਾ। ਆਪਣੀ ਜ਼ਿੰਦਗੀ 'ਚ ਕਿੰਨੇ MLA, ਕਿੰਨੇ ਮੰਤਰੀ, ਕਿੰਨੇ MP ਬਣੇ ਨੇ ਪੰਜਾਬ ਦੇ, ਆਪਾਂ ਨੂੰ ਉਹ ਨਹੀਂ ਯਾਦ। 250 ਸਾਲ ਪਿੱਛੇ ਕੌਣ ਯਾਦ ਕਰੇ? ਸੋਚਾਂ 'ਚ ਪੈ ਗਏ, ਅੰਦਾਜ਼ੇ ਲਾਉਣ ਲੱਗ ਪਏ। ਕੋਈ ਕਹਿੰਦੇ ਮੁਗਲਾਂ ਦਾ ਸਮਾਂ ਸੀ, ਕੋਈ ਕਹਿੰਦੇ ਪਠਾਣਾਂ ਦਾ ਸਮਾਂ ਸੀ, ਕੋਈ ਕਹਿੰਦੇ ਸਿਕੰਦਰ ਲੋਧੀ ਦਾ ਰਾਜ ਸੀ,
ਕਿਸੇ ਨੇ ਕਿਸੇ ਬਾਦਸ਼ਾਹ ਦਾ, ਕਿਸੇ ਨੇ ਕਿਸੇ ਬਾਦਸ਼ਾਹ ਦਾ ਨਾਂ ਲੈ ਦਿੱਤਾ। ਫਿਰ ਸਤਿਗੁਰੂ ਕਹਿੰਦੇ ਛੱਡੋ ਪਰੇ, ਕੀ ਲੈਣਾ ਆਪਾਂ, ਰਹਿਣ ਦਿਓ। ਉਹ ਕਹਿੰਦੇ ਮਹਾਰਾਜ ਜੇ ਲੈਣਾ ਕੁਝ ਨਹੀਂ ਫਿਰ ਆਪ ਨੇ ਪੁੱਛਿਆ ਕਿਉਂ ਹੈ। ਮਹਾਂਪੁਰਸ਼ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਮਹਾਂਪੁਰਸ਼ ਆਏ ਸੀ ਦਰਸ਼ਨ ਕਰਕੇ, ਕਿਉਂਕਿ ਮਹਾਂਪੁਰਸ਼ਾਂ ਨੇ ਕਿ ਕਥਾ ਕਰਨੀ ਹੈ, ਉਹ ਜਾ ਰਹੇ ਨੇ। ਸੋ ਇਹਨਾਂ 'ਤੇ ਵੀ ਮਹਾਂਪੁਰਸ਼ਾਂ ਦੀ ਕਿਰਪਾ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜਿਹੜੇ ਸੀਨੀਅਰ ਵਿਦਿਆਰਥੀਆਂ ਵਿੱਚੋਂ ਸੰਤ ਬਾਬਾ ਤੇਜਾ ਸਿੰਘ ਜੀ ਨਿਹੰਗ ਸਿੰਘ ਮਹਿਰੋਂ ਵਾਲੇ ਮਹਾਂਪੁਰਸ਼, ਜਿਨ੍ਹਾਂ ਨੇ ਵੱਡੇ ਸੰਤਾਂ ਨਾਲ ਰਹਿ ਕੇ ਸਾਰਾ ਜੀਵਨ ਵਿੱਦਿਆ ਪ੍ਰਾਪਤ ਕੀਤੀ, ਉਹਨਾਂ ਦੀ ਅੱਗੋਂ ਫਿਰ ਇਹ ਸਾਡੇ ਕੋਲ ਸਾਖਸ਼ਾਤ ਮੂਰਤੀ ਉਹਨਾਂ ਦੇ ਸੇਵਕ ਬਾਬਾ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਦਸਮ ਦਾ ਸਰੂਪ ਛਾਪ ਕੇ ਵੱਡਾ ਪਰਉਪਕਾਰ ਕੀਤਾ। ਸਾਧ ਸੰਗਤ ਜੀ 90 ਸਾਲ ਬਾਅਦ ਮਹਾਰਾਜ ਦਾ ਵੱਡਾ ਸਰੂਪ ਛਪਿਆ ਦਸਮ ਦਾ। 1900 ਦੇ ਨੇੜੇ ਛਪਿਆ ਸੀ, ਫਿਰ 1990 ਵਿੱਚ ਛਪਿਆ। ਬਾਬਾ ਤੇਜਾ ਸਿੰਘ ਜੀ ਨਿਹੰਗ ਸਿੰਘ ਸਾਹਿਬ ਜੀ ਨੇ ਉਹ ਬੜੀ ਮਿਹਨਤ ਨਾਲ ਘਾਲਣਾ ਘਾਲੀ। ਉਸੇ ਸੰਪਰਦਾ ਦੇ ਮਹਾਂਪੁਰਸ਼ ਆਏ ਸਾਡੇ ਕੋਲ। ਜੀ ਆਇਆਂ ਨੂੰ। ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਨੇ ਬਹੁਤ ਹੀ ਸੁੰਦਰ ਵਿਚਾਰ ਮਹਾਂਪੁਰਸ਼ਾਂ ਦੀ ਜੀਵਨੀ ਬਾਰੇ ਆਪ ਜੀ ਨਾਲ ਸਾਂਝੇ ਕੀਤੇ ਹੈ। ਸੋ ਆਪਾਂ ਯਾਦ ਕਰ ਰਹੇ ਹਾਂ ਮਹਾਂਪੁਰਸ਼ਾਂ ਨੂੰ, ਉਹਨਾਂ ਦੀ ਸੋਭਾ ਨੂੰ, ਉਹਨਾਂ ਦੀ ਵਡਿਆਈ ਨੂੰ। ਸਤਿਗੁਰੂ ਕਹਿਣ ਲੱਗੇ ਭਾਈ ਛੱਡੋ ਪਰੇ, ਜਿਹੜਾ ਮਰਜ਼ੀ ਬਾਦਸ਼ਾਹ ਹੋਵੇ। ਸਿੰਘ ਕਹਿੰਦੇ ਮਹਾਰਾਜ ਜੇ ਛੱਡਣਾ ਸੀ ਤੇ ਪੁੱਛਿਆ ਕਿਉਂ ਹੈ? ਕਿਉਂਕਿ ਮਹਾਂਪੁਰਸ਼ਾਂ ਦੀ ਹਰ ਗੱਲ 'ਚ ਕੋਈ ਰਮਜ ਹੁੰਦੀ ਹੈ। ਕਿਰਪਾ ਕਰਕੇ ਦੱਸੋ ਆਪ ਨੇ ਕਿਉਂ ਪੁੱਛਿਆ? ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਤੁਸੀਂ ਸਾਰੇ ਵਿਦਵਾਨ ਪੜ੍ਹੇ ਲਿਖੇ ਹੋ, ਕਵੀ ਹੋ, ਇਤਿਹਾਸਕਾਰ ਹੋ, ਦਾਰਸ਼ਨਿਕ ਹੋ, ਰੋਜ਼ ਪੋਥੀਆਂ ਗ੍ਰੰਥਾਂ ਦੇ ਵਿੱਚ ਹੀ ਰਹਿੰਦੇ। ਜੇ ਤੁਹਾਨੂੰ ਯਾਦ ਨਹੀਂ ਬਾਦਸ਼ਾਹ ਕਿਹੜਾ ਸੀ 250 ਸਾਲ ਪਹਿਲਾਂ, ਤੇ ਅਨਪੜ੍ਹ ਜਨਤਾ ਨੂੰ ਕਿੱਥੇ ਯਾਦ ਰਹਿਣਾ? ਆਮ ਲੋਕਾਂ ਨੂੰ ਕੀ ਪਤਾ ਕਿਹੜਾ ਬਾਦਸ਼ਾਹ ਸੀ? ਹਾਲਾਂਕਿ ਉਸ ਬਾਦਸ਼ਾਹ ਦਾ ਜਦੋਂ ਰਾਜ ਹੋਵੇਗਾ, ਕੋਈ ਵੀ ਬਾਦਸ਼ਾਹ ਕਿਸੇ ਵੀ ਸਮੇਂ ਦਾ ਹੁੰਦਾ ਹੈ, ਉਹਦਾ ਡੰਕਾ ਵੱਜਦਾ ਹੈ। ਮਸੀਤਾਂ 'ਚ ਉਹਦੇ ਖੁਤਬੇ ਪੜ੍ਹੇ ਜਾਂਦੇ ਨੇ, ਸਿੱਕੇ ਉੱਤੇ ਉਹਦੀਆਂ ਮੋਹਰਾਂ ਲੱਗਦੀਆਂ ਨੇ। ਬੱਚਾ ਬੱਚਾ ਉਹਨੂੰ ਜਾਣਦਾ ਵੀ ਇਸ ਵੇਲੇ ਸਾਡੇ ਮੁਲਕ ਦਾ ਫਲਾਣਾ ਬਾਦਸ਼ਾਹ ਹੈ। ਉਹਦੀਆਂ ਨੌਬਤਾਂ ਵੱਜਦੀਆਂ ਨੇ, ਸਾਰੀ ਦੁਨੀਆ ਉਹਨੂੰ ਜਾਣਦੀ ਹੈ, ਸਭ ਉਹਨੂੰ ਸਲਾਮਾਂ ਕਰਦੇ ਨੇ। ਜਿਹੜਾ ਵੀ ਬਾਦਸ਼ਾਹ ਹੋਵੇਗਾ ਉਸ ਵੇਲੇ, ਕਬੀਰ ਜੀ ਦੇ ਸਮੇਂ, ਉਹਨੂੰ ਸਾਰੀ ਦੁਨੀਆ ਜਾਣਦੀ ਹੋਵੇਗੀ। ਪਰ ਕਿੱਡੀ ਹੈਰਾਨੀ ਦੀ ਗੱਲ ਹੈ, ਐਡੇ ਵੱਡੇ ਬਾਦਸ਼ਾਹ ਨੂੰ ਤੁਹਾਡੇ ਵਰਗੇ ਇਤਿਹਾਸਕਾਰ, ਹਿਸਟੋਰੀਅਨ ਵੀ ਭੁੱਲੇ ਬੈਠੇ ਨੇ। ਆਮ ਲੋਕਾਂ ਨੂੰ ਕਿੱਥੇ ਯਾਦ ਹੋਣਾ? ਪਰ ਇੱਕ ਛੋਟੀ ਜਿਹੀ ਗਲੀ ਵਿੱਚ ਖੱਡੀ 'ਤੇ ਕੱਪੜਾ, ਦਰੀਆਂ, ਚਾਦਰਾਂ, ਖੇਸ ਬੁਣਨ ਵਾਲਾ ਬੰਦਾ, ਜਿਹਦਾ ਉਸ ਵੇਲੇ ਸੰਸਾਰ ਵਿੱਚ ਆਮ ਲੋਕਾਂ ਨੂੰ ਨਹੀਂ ਪਤਾ, ਉਹ ਬੰਦਾ ਅੱਜ ਸਾਰੇ ਪਾਸੇ ਭਇਓ ਕਬੀਰ ਕਬੀਰ ਜੈ ਜੈਕਾਰ ਹੋ ਰਹੀ ਹੈ। ਮਹਾਰਾਜ ਕਹਿੰਦੇ ਵਡਿਆਈ ਕਿਹਦੀ ਹੈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਨਾਮ ਦੀ ਵਡਿਆਈ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਜਿੱਥੇ ਵੀ ਜਾਂਦੇ ਸੰਸਾਰ ਵਿੱਚ ਵੀ ਸੋਭਾ ਹੁੰਦੀ ਹੈ, ਜਦੋਂ ਸੰਸਾਰ ਤੋਂ ਚਲੇ ਜਾਂਦੇ ਆ ਫਿਰ ਵੀ ਉਹਨਾਂ ਦੀ ਸੋਭਾ ਦੂਣ ਸਵਾਈ ਹੁੰਦੀ, ਵੱਧਦੀ ਜਾਂਦੀ ਹੈ। ਅਨੁਭਵੀ ਮਹਾਂਪੁਰਸ਼ਾਂ ਤੋਂ ਸੁਣਿਆ ਕਈ ਗੱਲਾਂ ਹੁੰਦੀਆਂ, ਅਨੁਭਵ ਦੀਆਂ ਹੁੰਦੀਆਂ, ਕਈ ਅਨੁਭਵੀਆਂ ਤੋਂ ਸੁਣੀਆਂ ਹੁੰਦੀਆਂ। ਕਹਿੰਦੇ ਜਿਹੜੇ ਮਹਾਂਪੁਰਸ਼ ਸਰੀਰ ਵਿੱਚ ਹੁੰਦੇ ਆ ਨਾ, ਜਦੋਂ ਉਹ ਸਰੀਰ ਦੇ ਵਿੱਚ ਹੁੰਦੇ ਆ, ਉਦੋਂ ਵੀ ਉਹਨਾਂ ਕੋਲ ਬੜੀ ਪਾਵਰ ਹੁੰਦੀ ਹੈ, ਬੜੀ ਸ਼ਕਤੀ ਹੁੰਦੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬਾਰੇ ਗਿਆਨੀ ਗੁਰਦੇਵ ਸਿੰਘ ਜੀ ਇੰਗਲੈਂਡ ਵਾਲੇ ਦਾਸ ਨਾਲ ਬਹੁਤ ਪ੍ਰੇਮ ਰੱਖਦੇ ਆ, ਅਤੇ ਉਹ ਕਈ ਵਾਰੀ ਬੜੇ ਰੂਹਾਨੀ ਬਚਨ ਸੁਣਾਇਆ ਕਰਦੇ, ਕਿਉਂਕਿ ਉਹ ਮਹਾਂਪੁਰਸ਼ਾਂ ਦੇ ਪੁਰਾਣੇ ਵਿਦਿਆਰਥੀ ਨੇ, ਅਤੇ ਨਾਲੇ ਰਿਸ਼ਤੇਦਾਰੀ ਵੀ ਮਹਾਂਪੁਰਸ਼ਾਂ ਦੀ ਡੂੰਘੀ ਹੈ, ਅਤੇ ਉਹਨਾਂ ਦੀ ਗੋਦ ਵਿੱਚ ਹੀ ਜੰਮੇ ਪਲੇ ਖੇਡੇ ਹਨ। ਉਹ ਕਹਿੰਦੇ ਇੱਕ ਵਾਰੀ ਨਾ ਮੈਂ 13 ਕੁ ਸਾਲ ਦਾ ਸੀ ਜਦੋਂ ਮਹਾਂਪੁਰਸ਼ਾਂ ਕੋਲ ਵਿੱਦਿਆ ਪੜ੍ਹਨ ਆਇਆ, ਅਤੇ ਕੋਈ ਫੁਰਨਾ ਉੱਠਿਆ।
कोई शरारत बच्चे जिवें करते हैं, कहते मैं शरारत की तो संत मंजे ते बिराजे हुए, नेत्र बंद। कहते बाद च मैनू कोल बिठा के कहते गुरदेव सिंह, कहते तिन्ना भवनां विच पूरे ब्रह्मंड जो हो रहा है ना, जो भी हो रहा है वो सानू सारा दिस रहा। आखो सतनाम श्री वाहिगुरू। कहते पूरे ब्रह्मंड विच जो जिथे कुछ भी हो रहा है वो साडे सामने है। तो इन्नी गल नाल समझाता भी तू मेरे तो छुपा की सकदा। आखो सतनाम श्री वाहिगुरू। भी जदों सारे ब्रह्मंड का सीन साम ब्रह्म ज्ञानी कै मन प्रगाश, जैसे धारू पर आकाश। धरती के उत्ते आकाश कितना खुला है। धरती तो शुरू हो जाता जदों आपां धरती ते हथ ला के हथ चुकीए तो आकाश ही उपर करोड़ां अरबां खरबां मील कोई मिल सकता। कहते ब्रह्म ज्ञानी के हिरदे के प्रकाश की कोई सीमा नहीं है, आकाश की तरह व्यापक है। ब्रह्म ज्ञानी कै मन प्रकाश, जैसे तारे उपर आकाश। सारा संसार सानू दिस रहा कहते, तो तू मेरे तो की छुपाना है। सो इहो जी हस्ती महापुरुष जदों शरीर च हुंदे आ उदों भी पूरे हुंदे आ, पर जदों शरीर का चोला छड्ड के ब्रह्मलीन हो जाते हैं ना, उदों पावर लखां गुणा होर वध जाती है, करोड़ां गुणा पावर वध जाती है। अज ये ना समझिए कि संत ज्ञानी गुरबचन सिंह जी नूं 50 साल हो गए चले गए, उन्हां दी सोभा जुग जुग होई, उन्हां दी सोभा जुग जुग होई। उन्हां दी सोभा जुग जुग होई, उन्हां दी सोभा जुग जुग होई। कोई न मेटण हारा, कोई न मेटण हारा। वो पावर वो शक्ति अज वरत रही है। लखां ही सिंह महापुरुषों के पढ़ाए हुए, गां उन्हां दे पढ़ाए हुए संसार भर दे विच सतगुरु जी की बाणी का प्रचार कर रहे हैं, सिੱਖੀ का प्रचार कर रहे हैं। तिन की बरकत खाहे असंख करोड़े। नाम जपण वाला एक साधु घालना घाल जाता है, ਉਹਦੀ कमाई नूं ਲੱਖਾਂ ਕਰੋੜਾਂ लोग खाई जाते, ਉਹ मुकदी नहीं। संत ज्ञानी गुरबचन सिंह जी खालसा पिंडरां वाले महापुरुष साध संगत जी, उन्हां दीयां रचनावां पढ़ीए ना फिर पता लगदा किन्नी घालना करड़ी घालदे सी। जिवें ज्ञानी जी दस रहे सी ना भी महापुरुष घोड़ी ते नहीं बैठे कि बाणी दा सत्कार बेअदबी ना होवे। पंजोखरा साहब के पुराने बजुर्गों ने सानू बचन सुनाए है, जिन्हों ने महापुरुषों की संगत की, दर्शन किए, विद्या पढ़ी। क्योंकि हर साल एक महीना पंजोखरा साहब रहा करते सी। साडे पिता जी भी उन्हां दी कथा उदों सुनिया करते सी। एक नाभा साहब ते एक पंजोखरा साहब, ये साडे इलाके विच महापुरुषों के मेन प्रचार केंद्र रहे। उन्हां लोगों नूं जाच सिखाती जिन्होंने पता नहीं सी हुंदा कथा दे। नाभा साहब का बचन सुणाते हुंदे है सिंह, हास रस दा ही है। वो कहंदे संत पहली वारी किते आए तो पिंडां दे विच प्रचार होया भी इत्थे कथा होनी है। हुण लोकां नूं इन्ना भी नहीं सी पता भी कथा की हुंदी है। वो बेचारियां माइयां पिंडां दीयां इकट्ठियां होकर गुरुद्वारे आईयां तो 2-2.5 घंटे सुनदियां रहियां। वो कईयां नूं जे पहली बार ही सुनीए समझ भी नहीं आउंदी। माफ़ करना, पहली बार स्कूल भी जाइए बच्चे नूं नहीं पता लगता भी किवें बहना, की मास्टर कहिंदा है, इत्थों दा बाता देखदा ही रहिंदा बच्चा। वो बेचारे समझो पहली बारी आए सी। वो कहंदे जदों उठ के गए तो वो पुछया भी की होया सी उत्थे। कहंदे कथा हो रही सी। कहंदे कथा, कहंदे किवें जी सी। कहंदे एक बाबा बोली जाता सी, बोली जाता सी, बोली जाता सी। जदों भुल जाता सी तो किताब वाला नालों पढ़ के सुना दिंदा सी, बाबा फेर शुरू हो जाता सी। यानी इन्नी कि लोकां नूं साडे इलाके विच सोझी सी भी वो पोथी तो कथा करन नूं
ਜਾਂ ਕਥਾ ਕੀ ਹੁੰਦੀ ਹੈ ਉਹ ਵੀ ਨਹੀਂ ਸੀ ਜਾਣਦੇ। ਅਤੇ ਮਹਾਂਪੁਰਸ਼ਾਂ ਨੇ ਸਰਲ ਢੰਗ ਨਾਲ, ਅੱਜ ਕੱਲ੍ਹ ਆਮ ਦੇਖਿਆ ਜਾਂਦਾ ਵੀ ਮੇਰੇ ਵਰਗੇ ਗਿਆਨੀ ਨਾ ਆਪਣੀ ਵਿਦਵਤਾ ਜਤਾਉਣ ਲਈ ਜਾਣ ਕੇ ਔਖੇ ਸ਼ਬਦ ਬੋਲਦੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ, ਵੀ ਬੜੇ ਗਿਆਨੀ ਹਾਂ। ਔਖੇ ਔਖੇ ਮੰਗਲਾਚਰਨ ਕਰਨੇ, ਔਖੇ ਔਖੇ ਉਹਨਾਂ ਨੇ ਕਠਿਨ ਕਠਿਨ ਸ਼ਬਦ ਪੜ੍ਹਨੇ, ਅਤੇ ਕਥਾ ਵੀ ਜਾਣ ਬੁੱਝ ਕੇ ਬੜੀ ਡੂੰਘਾ ਹਾਲ ਪਾ ਲੈਣਾ ਵੀ ਥੱਲੇ ਨਾ ਅੱਗੇ ਤੁਰੇ ਹੀ ਨਾ ਗੱਲ। ਪਰ ਜਿਹੜੀ ਸਾਧੂਆਂ ਦੀ ਬਿਰਤੀ, ਉਹਨਾਂ ਨੇ ਇਹ ਦੇਖ ਲੈਣਾ ਵੀ ਕਿੰਨੀ ਸੰਗਤ ਬੈਠੀ ਹੈ ਅਤੇ ਕਿੰਨੀ ਕੁ ਗੱਲ ਇਹਨਾਂ ਦੇ ਪੱਲੇ ਪੈ ਸਕਦੀ ਹੈ। ਮਹਾਂਪੁਰਸ਼ਾਂ ਨੇ ਉਸ ਲੈਵਲ 'ਤੇ ਕਥਾ ਕੀਤੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਸਮਝਦਾ ਸੀ, ਅਤੇ ਵਿਦਵਾਨ ਤੋਂ ਵਿਦਵਾਨ ਬੰਦਾ ਵੀ ਜੋ ਉੱਥੇ ਬੈਠਾ ਹੁੰਦਾ ਸੀ ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਸੀ। ਇਹ ਗੱਲ ਬਾਬਾ ਗੁਰਦੇਵ ਸਿੰਘ ਜੀ ਨੇ ਦੱਸੀ ਸਾਨੂੰ। ਉਹ ਕਹਿੰਦੇ ਵੀ ਕਿਸੇ ਸਿੰਘ ਨੇ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਇੰਨੀ ਦੁਨੀਆ ਬੈਠੀ ਹੁੰਦੀ ਹੈ ਵੀ ਪਿੰਨ ਸਾਇਲੈਂਟ ਜਿਵੇਂ ਕਹਿੰਦੇ ਆ ਵੀ ਆਵਾਜ਼ ਨਹੀਂ ਆਉਂਦੀ, ਹਜ਼ਾਰਾਂ ਬੰਦਾ ਸੁਣਦਾ, ਕੀ ਕਰਦੇ ਹੋ? ਉਹ ਕਹਿੰਦੇ ਭਾਈ ਜਦੋਂ ਸੰਗਤ ਬਹਿ ਜਾਂਦੀ ਅਰਦਾਸ ਕਰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਇਹੋ ਜਿਹੀ ਕਿਰਪਾ ਕਰਦੇ ਸਾਰਿਆਂ ਦਾ ਮਨ ਸਾਡੀ ਮੁੱਠੀ 'ਚ ਆ ਜਾਂਦਾ। ਜਿੰਨੇ ਵੀ ਸਰੋਤੇ ਨਾ, ਜਿੰਨੀ ਸੰਗਤ ਬੈਠੀ ਹੈ, ਸਾਰਿਆਂ ਦਾ ਚਿੱਤ ਜਿਹੜਾ ਨਾ, ਉਹਨਾਂ ਦਾ ਚਿੱਤ ਉਹਦੀ ਬਿਰਤੀ ਨੂੰ ਕਾਬੂ ਕਰ ਲੈਂਦੇ ਆ। ਅਤੇ ਫਿਰ ਉਹ ਜਿਹੋ ਜਿਹੀ ਹੁਣ ਕੋਈ ਬੰਦਾ ਪੜ੍ਹਿਆ ਹੁੰਦਾ ਬਹੁਤ ਜ਼ਿਆਦਾ, ਅਤੇ ਕੋਈ ਹੁੰਦਾ ਅਨਪੜ੍ਹ, ਸੰਗਤ ਸਾਰੇ ਬੈਠੇ ਹੁੰਦੇ। ਮਹਾਂਪੁਰਸ਼ਾਂ ਨੇ ਬਚਨ ਐਸੇ ਕਰਨੇ ਵੀ ਪੜ੍ਹੇ ਤੋਂ ਪੜ੍ਹੇ ਵੱਡੇ ਪੰਡਤ ਵੀ ਸਿਰ ਝੁਕਾਉਂਦੇ ਸੀ ਵੀ ਮਹਾਂਪੁਰਸ਼ ਜੋ ਬਚਨ ਕਰ ਰਹੇ ਨੇ ਬੜੇ ਬਾਕਮਾਲ ਬਚਨ ਨੇ। ਅਤੇ ਜਿਹੜਾ ਅਨਪੜ੍ਹ ਬੰਦਾ ਸੀ ਉਹਨੂੰ ਵੀ ਪੱਲੇ ਪੈਂਦੀ ਸੀ ਗੱਲ ਵੀ ਮਹਾਂਪੁਰਸ਼ ਕੀ ਕਹਿਣਾ ਚਾਹੁੰਦੇ, ਉਪਦੇਸ਼ ਕੀ ਹੈ। ਇਹ ਕਮਾਈ, ਬੰਦਗੀ, ਜਪ ਤਪ ਦਾ ਪ੍ਰਭਾਵ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਪੰਜੋਖਰਾ ਸਾਹਿਬ ਜਦੋਂ ਆਉਣਾ ਅਤੇ ਉੱਥੋਂ ਕਹਿੰਦੇ ਆ ਵੀ ਗੱਡਿਆਂ 'ਤੇ ਪਹਿਲਾਂ ਰੇਲ ਗੱਡੀ ਤੋਂ ਆਉਣਾ, ਸਟੇਸ਼ਨ ਤੋਂ ਉਤਰਨਾ, ਅਤੇ ਉੱਪਰਲੇ ਪਾਸੇ ਜਿਹੜੀਆਂ ਰੇਲ ਦੇ ਉੱਤੇ ਹੁੰਦੇ ਨਾ ਸਮਾਨ ਰੱਖਣ ਵਾਲੀਆਂ, ਉਹ ਸਾਫ਼ ਕਰਕੇ ਉਹਦੇ 'ਚ ਪੋਥੀਆਂ ਟਿਕਾਈਆਂ ਹੁੰਦੀਆਂ ਸੀ। ਉੱਥੋਂ ਲਿਆ ਕੇ ਇੱਥੇ ਗੱਡੇ ਸਾਫ਼ ਕਰਕੇ ਸੰਗਤ ਨੇ ਖੜ੍ਹੇ ਕੀਤੇ ਹੁੰਦੇ ਸੀ। ਗੱਡੇ ਉੱਤੇ ਪੋਥੀਆਂ ਰੱਖ ਲੈਣੀਆਂ ਅਤੇ ਸਿੰਘਾਂ ਨੇ ਪਿੱਛੇ ਅਤੇ ਸੰਤਾਂ ਨੇ ਪੈਦਲ ਤੁਰਨਾ ਨਾਲ। ਸਾਡੇ ਅੰਬਾਲੇ ਸਟੇਸ਼ਨ ਤੋਂ ਪੰਜੋਖਰਾ ਸਾਹਿਬ 10 ਕਿਲੋਮੀਟਰ ਬਣ ਹੀ ਜਾਂਦਾ ਪੈਦਲ ਤੁਰਨਾ। ਪੈਦਲ ਤੁਰ ਕੇ ਆਉਣਾ ਪੰਜੋਖਰਾ ਸਾਹਿਬ, ਆ ਕੇ ਅਤੇ ਫਿਰ ਪੋਥੀਆਂ ਪਹਿਲਾਂ ਸਭ ਤੋਂ ਸਥਾਪਿਤ ਕਰਨੀਆਂ ਸਤਿਕਾਰ ਨਾਲ, ਫਿਰ ਸਿੰਘਾਂ ਨੇ ਆਸਣ ਲਾਣੇ, ਫਿਰ ਪ੍ਰਸ਼ਾਦਾ ਗੱਫਾ ਬਣਾਉਣਾ ਛਕਣਾ, ਫਿਰ ਸੰਤਾਂ ਨੇ ਕਥਾ ਕਰਨੀ। ਅਤੇ 300 400 ਵਿਦਿਆਰਥੀ ਨਾਲ ਹੁੰਦਾ ਸੀ, ਅਤੇ ਵਿਦਿਆਰਥੀਆਂ ਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਦੇ ਸੁਭਾਅ ਵਾਲੇ ਹੁੰਦੇ, ਆਪਸ ਵਿੱਚ ਮਰੋੜ ਚੂੜਾ ਕਰ ਲੈਣਾ। ਅਤੇ ਇੱਕ ਵਾਰੀ ਕਹਿੰਦੇ ਇੱਕ ਸਿੰਘ ਸੀਗਾ, ਉਹ ਹੈ ਵੀ ਉੜੀਸਾ ਵੱਲ ਦਾ ਜਾਂ ਇੱਧਰ ਕਿੱਧਰ ਬੰਗਾਲ ਵੱਲ ਦਾ ਸੀ, ਉਹਦੀ ਬੋਲੀ ਵੀ ਹਿੰਦੀ ਵਰਗੀ ਬੋਲਦਾ ਸੀ, ਅਤੇ ਉਹ ਆਪਸ ਵਿੱਚ ਕਿਤੇ ਦੋ ਸਿੰਘਾਂ ਦਾ ਮਤਭੇਦ ਹੋ ਗਿਆ। ਜਿਹਨਾਂ ਸਿੰਘਾਂ ਨੇ ਦੇਖਿਆ ਉਹ ਸੀਨ, ਉਹ ਬਾਬਾ ਇੰਦਰ ਸਿੰਘ ਹੋਰੀ ਹੁੰਦੇ ਸੀ ਪੰਜੋਖਰਾ ਸਾਹਿਬ ਵਾਲੇ, ਉਹਨਾਂ ਮੈਨੂੰ ਸੁਣਾਈ ਗੱਲ। ਕਹਿੰਦੇ ਸਾਡੇ ਸਾਹਮਣੇ ਉਹ ਦੋਵੇਂ ਲੜ ਪਏ, ਅਤੇ ਜਦੋਂ ਲੜ ਪਏ ਅਤੇ ਸੰਤਾਂ ਕੋਲ ਬਚਨ ਆ ਗਿਆ, ਅਤੇ ਸੰਤਾਂ ਨੇ ਨਾ ਉਹ ਜਿਹੜਾ ਬੰਗਾਲ ਵਾਲਾ ਸੀ ਉਹਨੂੰ ਥੋੜ੍ਹਾ ਜਿਹਾ, ਉਹਦੀ ਗਲਤੀ ਸੀ ਕੋਈ, ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਕੁਛ ਕਿਹਾ ਅਤੇ ਦੂਜੇ ਨੂੰ ਵੀ ਕਿਹਾ, ਅਤੇ ਉਹ ਜਿਹੜਾ ਸੀ ਉਹ ਮਨਮਤ ਵਿੱਚ ਬਹੁਤਾ ਜ਼ਿਆਦਾ ਵੈਰ ਵਿਰੋਧ ਦੀ ਭਾਵਨਾ ਜਾ ਕੇ ਸਮਝ ਗਿਆ ਵੀ ਸੰਤ ਮੇਰੇ ਨਾਲ ਈਰਖਾ ਕਰਦੇ, ਅਤੇ ਸੰਤਾਂ ਦੇ ਨਾਲ ਨਾ ਸਾਹਮਣੇ ਖੜ੍ਹ ਕੇ ਬੜੇ ਮਾੜੇ ਬਚਨ ਬੋਲਣ ਲੱਗ ਪਏ। ਇੱਥੋਂ ਤੱਕ ਵੀ ਬੋਲਿਆ ਵੀ ਤੂੰ ਤੜਾਕ 'ਤੇ ਆ ਗਿਆ, ਅਤੇ ਸੰਤ ਮੁਸਕਰਾਈ ਜਾਂਦੇ ਖੜ੍ਹੇ। ਉਹ ਥੜਾ ਹੁਣ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਬਦਲ ਦਿੱਤਾ ਸੀਨ। ਉਹ ਥੜਾ ਅਸੀਂ ਦੇਖਿਆ ਜਿੱਥੇ ਮਹਾਂਪੁਰਸ਼ ਖੜ੍ਹਿਆ ਕਰਦੇ ਸੀ ਜ਼ਿਆਦਾਤਰ, ਉਹ ਥੜੇ 'ਤੇ ਖੜ੍ਹ ਕੇ ਬਚਨ ਸੁਣੀ ਗਏ ਉਹਦੇ, ਉਹ ਬੋਲੀ ਗਿਆ। ਵਿਦਿਆਰਥੀ ਸੀ, ਜਦੋਂ ਰੁੱਖਾ ਵੀ ਬੋਲਿਆ ਅਤੇ ਸੰਤ ਕਹਿੰਦੇ ਭਾਈ ਗੁਰਮੁਖਾ ਹੁਣ ਤੂੰ ਚਾਲੇ ਪਾ ਜਾ। ਉਹਨੇ ਆਖਿਆ ਵੀ ਠੀਕ ਹੈ। ਉਹਨੇ ਸਮਾਨ ਚੁੱਕ ਕੇ ਤੁਰਨ ਲੱਗਾ ਜਦੋਂ ਕਸ਼ਹਿਰਾ ਭਰਨਾ, ਅਤੇ ਜਿਹਦੇ ਨਾਲ ਮਤਭੇਦ ਹੋਇਆ ਸੀ ਉਹਨੂੰ ਵੀ ਬੁਲਾ ਲਿਆ। ਕਹਿੰਦੇ ਤੂੰ ਵੀ ਚਾਲੇ ਪਾ ਜਾ। ਉਹ ਕਹਿੰਦਾ ਮਹਾਰਾਜ ਕਸੂਰ ਤਾਂ ਉਹਦਾ ਸੀ, ਮੇਰਾ ਕੀ ਕਸੂਰ ਹੈ, ਮੇਰੀ ਵਿੱਦਿਆ ਕਿਉਂ ਖਰਾਬ ਕਰਦੇ ਹੋ? ਕਹਿੰਦੇ ਕਸੂਰ ਭਾਵੇਂ ਤੇਰਾ ਸੀ ਭਾਵੇਂ ਉਹਦਾ ਸੀ, ਤੇਰੇ ਕਰਕੇ ਉਹ ਚੱਲਿਆ। ਉਹਦੀ ਜ਼ਿੰਦਗੀ ਦਾ ਵੀ ਸਵਾਲ ਹੈ, ਉਹਦੀ ਵਿੱਦਿਆ ਦਾ ਵੀ ਸਵਾਲ ਹੈ, ਅਤੇ ਜੇ ਤੂੰ ਰਹਿਣਾ ਤਾਂ ਉਹਨੂੰ ਮਨਾ ਕੇ ਵਾਪਸ ਲਿਆ।
ਜਿਹੜਾ ਸੰਤਾਂ ਨੂੰ ਮਾੜਾ ਬੋਲਿਆ, ਜਿਹਨੇ ਸੰਤਾਂ ਨੂੰ ਤੂੰ ਤੜਾਕ ਵੀ ਬੋਲਿਆ, ਅਪਸ਼ਬਦ ਬੋਲੇ, ਉਹਨੂੰ ਕਹਿੰਦੇ ਵਾਪਸ ਲਿਆ, ਉਹਨੂੰ ਬੁਲਾ ਕੇ। ਕਿੰਨੀ ਨਿਮਰਤਾ ਸੀ। ਉਹ ਸਿੰਘ ਕਹਿੰਦਾ ਵੀ ਗਿਆ। ਉਹ ਇੰਨੇ ਨੂੰ ਜਿਹੜਾ ਸਿੰਘ ਸੀ ਉਹ ਮੀਲ 1.5 ਮੀਲ ਅੱਡੇ ਤੱਕ ਪੰਜੋਖਰਾ ਸਾਹਿਬ ਦੇ ਪਹੁੰਚ ਗਿਆ ਸੀ। ਉਹ ਦੌੜ ਕੇ ਪਿੱਛੋਂ ਰਲਿਆ, ਜਾ ਕੇ ਕਹਿੰਦਾ ਗੁਰਮੁਖਾ ਵਾਪਸ ਚੱਲ, ਮਹਾਂਪੁਰਸ਼ ਕਹਿੰਦੇ ਆ ਵੀ ਮੈਨੂੰ ਵੀ ਨਾਲ ਤੋਰਦੇ, ਜੇ ਤੂੰ ਨਾ ਪੜ੍ਹਿਆ ਤੇ ਮੇਰੀ ਵੀ ਪੜ੍ਹਾਈ ਖਰਾਬ ਹੋਣੀ ਹੈ। ਉਹ ਅੱਗੋਂ ਪੂਰੇ ਪਾਰਾ ਚੜ੍ਹਿਆ ਸੀ ਉਹਦਾ। कहता हम नहीं जानते, हम नहीं जाएंगे, हमने क्या करना है, हम कहीं और पढ़ लेंगे। वो हम तुम कोई वाला सीगा। काफ़ी वो कीता कराया, वापस भेजता। वो सिंह वापस आ गया, कहता महाराज वो नहीं आउंदा। कहते नहीं आउंदा फिर तू भी कछहरा चुक ला, नहीं तो वापस लिया। वो फिर दौड़िया किसी का सैकल चुक के। वो सैकल लैके मसीह रलिया, उन्होंने जाके किते 2-2.5 मील ते जाके फिर वो भाई गुरमुखा महापुरुष बुलाते आ, छेती वापस चल, मेरी पढ़ाई भी खराब कराना तो तू अपना भी जीवन खराब करदा। वो फिर ना कहते वो मन्निया ना, वापस आ गया। जो वापस आ गया तो तीजी बारी संतां ने फिर तोरता, कहते उन्होंने लियाएगा तो आवी, नहीं तो नाल ही गड्डी चढ़ जी। उन्हें अंबाले कैंट के स्टेशन पर पहुँच गया। उत्थे जाके उन्होंने बेनती की भी रब दे वास्ते वापस चल। उन्हें उहदा दिमाग भी जिहड़ा सी ठंडा हो गया। ਉਹਦੇ मन च आया भी महापुरुषों ਨੂੰ मैं इन्ना माड़ा चंगा बोलिया, किन्ने दयालु ने भी मैनू फिर अपनी शरण विच रख रहे ने। तो वह फिर तीजी बारी ना वो भी वापस आ गया तो फिर जथे च विद्या प्राप्त की। इहो जे संत महापुरुष प्यार वाले सी भी किसी का जीवन नहीं खराब होण देना। बनारस यूनीवर्सिटी च कथा की। साध संगत जी इत्थे तो कथा करनी बड़ी सौखी, माफ़ कर देना, ਆਪਾਂ ਜੋ ਮਰਜ਼ੀ ਬਚਨ ਛੱਡੀ ਜਾਂਦੇ ਆ। ਉੱਥੇ ਜੇ ਆਪਾਂ ਕਹੀਏ ਨਾ ਗੁਰੂ ਰੂਪ ਸਾਧ ਸੰਗਤ ਜੀ ਦੇ, ਪੰਡਤ ਉੱਥੇ ਰੋਕ ਲੈਂਦੇ ਆ। ਕਹਿੰਦੇ ਪਹਿਲਾਂ ਗੁਰੂ ਦੇ ਅਰਥ ਦੱਸ, ਫਿਰ ਰੂਪ ਦੇ ਦੱਸ, ਫਿਰ ਸਾਧ ਸੰਗਤ ਦੇ ਦੱਸ, ਤੇ ਫਿਰ ਅੱਗੇ ਤੁਰੀ। ਉਹ ਤੇ ਵਾਲ ਦੀ ਖੱਲ ਲਾਹ ਦਿੰਦੇ ਕਾਂਸ਼ੀ ਦੇ ਪੰਡਤ ਜਿਹੜੇ। ਤੇ ਮਹਾਂਪੁਰਸ਼ 2.5 ਘੰਟੇ 3-3 ਘੰਟੇ ਕਥਾ ਕਰਦੇ ਸੀ ਤੇ ਪੰਡਤ ਨਮਸਕਾਰਾਂ ਕਰਦੇ ਸੀ। ਕਹਿੰਦੇ ਬਚਨ ਕਿੱਥੋਂ ਆ ਰਹੇ ਨੇ? ਕਿਉਂਕਿ ਅੰਦਰੋਂ ਜਦੋਂ ਰੱਬ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ, ਸਤਿਗੁਰੂ ਨਾਲ ਸੁਰਤੀ ਜੁੜੀ ਹੁੰਦੀ ਨਾ, ਉੱਥੇ ਫਿਰ ਅੰਮਿਓਂ ਚੱਲੇ ਝਰਨੇ, ਉੱਥੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ। ਦਰਗਾਹ ਤੋਂ ਅਕਾਲ ਪੁਰਖ ਦੇ ਖਜ਼ਾਨੇ ਵਿੱਚੋਂ ਫਿਰ ਬਚਨ ਉਤਰਦੇ ਆ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਤੋਂ ਪ੍ਰਭਾਵਿਤ ਹੋ ਕੇ 2 ਪੰਡਤਾਂ ਨੇ, ਵਿਦਿਆਰਥੀਆਂ ਨੇ ਅੰਮ੍ਰਿਤ ਛਕਿਆ ਤੇ ਤਿਆਰ ਬਰ ਤਿਆਰ ਹੋ ਗਏ ਜਦੋਂ ਸੰਤਾਂ ਦੇ ਨਾਲ। ਤੇ ਉੱਥੋਂ ਦੇ ਜਿਹੜੇ ਵੱਡੇ ਪੰਡਤ ਸੀ ਨਾ, ਉਹਨਾਂ ਨੂੰ ਪੈ ਗਿਆ ਵੀ ਇਹ ਗਿਆਨੀ ਗੁਰਬਚਨ ਸਿੰਘ ਜੇ 6 ਮਹੀਨੇ ਸਾਲ ਇੱਧਰ ਰਹਿ ਗਿਆ ਤੇ ਸਾਰੇ ਬਨਾਰਸ ਨੂੰ ਅੰਮ੍ਰਿਤ ਛਕਾ ਦੇਗਾ, ਇਹ ਸਾਰਿਆਂ ਨੂੰ ਸਿੰਘ ਸਜਾ ਦੇਗਾ। ਉਹਨਾਂ ਨੇ ਫਿਰ ਬੜੀਆਂ ਸਾਜ਼ਿਸ਼ਾਂ ਵੀ ਕੀਤੀਆਂ ਸੀ। ਉਹ ਜਿਹੜੇ ਪੁਰਾਣੇ ਬਜ਼ੁਰਗ ਜਥੇ 'ਚ ਰਹੇ ਨੇ ਨਾ, ਉਹ ਦੱਸਦੇ ਹੁੰਦੇ ਇੱਦਾਂ ਦੇ ਬਚਨ ਵੀ ਬੜੀਆਂ ਡੂੰਘੀਆਂ ਚਾਲਾਂ ਚੱਲੀਆਂ ਵੀ ਜਥੇ ਨੂੰ ਉਸ ਪਾਸੇ ਨਾ ਜਾਣ ਦਿੱਤਾ ਜਾਵੇ ਤੇ ਵਿਦਿਆ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਰੋਕਿਆ ਜਾਵੇ। ਖਾਲਸਾ ਜੀ ਇਹੋ ਜਿਹੇ ਮਹਾਂਪੁਰਸ਼ ਵਿਦਿਆ ਵੀ ਅੱਜ ਜਿਹੜੀ ਮਹਾਂਪੁਰਸ਼ਾਂ ਦੀ ਕਮਾਈ ਅਸੀਂ ਖਾ ਰਹੇ ਹਾਂ। ਸਾਧ ਸੰਗਤ ਜੀ ਮੈਂ ਇਹ ਬੇਨਤੀ ਕਰਨੋਂ ਝਕਾਂਗਾ ਨਹੀਂ ਵੀ ਸਾਡੇ ਵਿੱਚ ਵੀ ਨਾ ਹੁਣ ਵਿਦਿਆ ਦਾ ਮਿਆਰ ਥੱਲੇ ਆ ਰਿਹਾ। ਜਿਹੜਾ ਸਾਡਾ ਕੰਮ ਸੀ ਨਾ ਉਹ ਸੀ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਉਹ ਮਿਆਰ ਡਾਊਨ ਜਾਂਦਾ ਜਾ ਰਿਹਾ। ਇਹਨੂੰ ਕਮਰ ਕਸੇ ਕਰੀਏ। ਅਸੀਂ ਆਪਣੇ ਸੁਣਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਤੱਕ ਇਹ ਮਰਿਆਦਾ ਸੀ ਜਥੇ ਦੀ ਵੀ ਜਿਹੜਾ ਹਨੂੰਮਾਨ ਨਾਟਕ ਦੇ ਅਰਥ ਕਰ ਲਵੇ ਨਾ ਉਹਨੂੰ ਕਥਾ ਦੀ ਸਟੇਜ 'ਤੇ ਬਿਠਾਉਂਦੇ ਸੀ। ਇਹ ਪੁਰਾਤਨ ਸੰਪਰਦਾਇ ਦੀ ਮਰਿਆਦਾ ਸੀ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਤੱਕ ਵੀ ਮਰਿਆਦਾ ਸੀ। ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੁਪਹਿਰ ਤੋਂ ਬਾਅਦ 1.5 ਘੰਟਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਦਸਮ ਦੀ ਬਾਣੀ ਸੁਣਿਆ ਕਰਦੇ ਸੀ। ਮਹਿਲ ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਕਰਾਏ ਹੁੰਦੇ ਸੀ। ਜਿਹੜੀਆਂ ਪੁਰਾਤਨ ਹੱਥ ਲਿਖਤ ਬੀੜਾਂ ਨਾ ਕੀਮਤੀ ਦੁਰਲੱਭ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ 5 ਪ੍ਰਕਾਸ਼ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ, ਜਿਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਸਰੂਪ ਹੈ ਨਾ ਭਾਈ ਗੁਰਦਾਸ ਜੀ ਦਾ ਕਰ ਕਮਲਾਂ ਦਾ ਲਿਖਿਆ ਹੋਇਆ, ਉਹ ਵੀ ਸ਼ੇਰੇ ਪੰਜਾਬ ਜੀ ਬੇਨਤੀ ਕਰਕੇ 1 ਸਾਲ ਵਾਸਤੇ ਆਪਣੇ ਮਹਿਲਾਂ 'ਚ ਲਾਹੌਰ ਲੈ ਗਏ ਸਨ। ਅਤੇ ਉੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਸਰੂਪਾਂ ਤੋਂ ਪਾਠ ਸੁਣਦੇ ਸੀ ਨਾ, ਪਾਠੀ ਉਹ ਲਾਉਂਦੇ ਸੀ
ਪਾਠੀ ਦੀ ਕੰਡੀਸ਼ਨ ਸੀ ਕਿ ਜਿਹਨੂੰ ਹਨੂਮਾਨ ਨਾਟਕ ਤੱਕ ਦੇ ਅਰਥ ਆਉਂਦੇ ਹੋਣ, ਇਹ ਹਨੂਮਾਨ ਨਾਟਕ ਤੋਂ ਕਿਤੇ ਕੰਨਾਂ ਵਿੱਚ ਉਹ ਨਾ ਅਲਰਜੀ ਨਾ ਹੋਣ ਲੱਗ ਜਾਵੇ ਵੀ ਕੋਈ ਹਨੂਮਾਨ ਦੇ ਚਲੀਸੇ ਵਾਲਾ, ਇਹ ਗੱਲ ਨਹੀਂ। ਉਹ ਕਾਵਿ ਦਾ ਗ੍ਰੰਥ ਹੈ, ਉਹਦੇ ਵਿੱਚ ਕਵਿਤਾ ਦਾ ਕਮਾਲ ਹੈ, ਛੰਦਾਂ ਦਾ ਕਮਾਲ ਹੈ, ਭਾਸ਼ਾ ਦਾ ਕਮਾਲ ਹੈ, ਮੁਹਾਵਰਿਆਂ ਦਾ ਕਮਾਲ ਹੈ, ਅਖੌਤਾਂ ਕਹਾਵਤਾਂ ਦਾ ਉਹਦੇ ਵਿੱਚ ਭੰਡਾਰਾ ਹੈ, ਛੰਦ ਸ਼ਾਸਤਰ ਹੈ ਪਿੰਗਲ ਦਾ, ਉਹਦੇ 'ਚ ਤੁਹਾਨੂੰ ਬਹੁਤ ਕੁਛ ਮਿਲਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਸਿੰਘਾਂ ਨੂੰ ਪੜ੍ਹਾਇਆ ਕਰਦੇ ਸੀ। ਸੰਪਰਦਾਇ ਵਿੱਚ ਇਹ ਗ੍ਰੰਥ ਪਹਿਲਾਂ ਪੜ੍ਹਾਏ ਜਾਂਦੇ ਸੀ, ਸਾਰ ਕੁਤਾਵਲੀ, ਭਾਵਰਾ ਸਮਰਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼। ਉਸ ਤੋਂ ਬਾਅਦ ਫਿਰ ਵਿਚਾਰ ਸਾਗਰ, ਪ੍ਰਬੋਧ ਚੰਦਰ ਨਾਟਕ, ਹਨੂਮਾਨ ਨਾਟਕ, ਕਾਵਿ ਦੇ ਗ੍ਰੰਥ, ਦਰਸ਼ਨ ਦੇ ਗ੍ਰੰਥ, ਬਹੁਤ ਵੱਡੇ ਵੱਡੇ ਫਿਰ ਗ੍ਰੰਥ ਪੜ੍ਹਾ ਕੇ ਗੁਣੀ ਗਿਆਨੀ ਬਣਾਇਆ ਜਾਂਦਾ ਸੀ। ਅਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਤ ਸੀ ਵੀ ਜਿਹੜਾ ਹਨੂਮਾਨ ਨਾਟਕ ਦੇ ਅਰਥ ਕਰ ਸਕਦਾ ਉਹ ਪਾਠੀ ਲਾਣਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ। ਕਿਉਂ ਭਲਾ? ਵੀ ਪਾਠ ਸੁਣਦਿਆਂ ਸੁਣਦਿਆਂ ਕੋਈ ਸ਼ੰਕਾ ਹੋ ਗਿਆ ਵੀ ਇਸ ਪਾਠ ਦਾ ਨਿਰਣਾ ਕਰੋ, ਅਰਥ ਕਰੋ, ਅਤੇ ਜੇ ਉਹਦਾ ਲੈਵਲ ਇੰਨਾ ਕੁ ਉੱਚਾ ਹੋਵੇਗਾ ਉਹ ਫਿਰ ਗੁਰਬਾਣੀ ਦੇ ਅਰਥ ਕਰ ਸਕਦਾ ਹੋਵੇਗਾ। ਇੱਕ ਤਰ੍ਹਾਂ ਦਾ ਇਹ ਕੰਡੀਸ਼ਨ ਬਣਾਈ ਹੋਈ ਸੀ ਅਤੇ ਸੰਤਾਂ ਤੱਕ ਇਹ ਚੱਲੀ ਹੈ ਮਰਜ਼ਾਦਾ। ਸਾਧ ਸੰਗਤ ਜੀ, ਅੱਜ ਸਾਨੂੰ ਲੋੜ ਹੈ ਇਸ ਪਾਸੇ ਆਪਾਂ ਧਿਆਨ ਦਈਏ, ਆਪਣੀ ਜ਼ਿੰਮੇਵਾਰੀ ਹੈ। ਅਤੇ ਇੱਥੇ ਬੱਚਿਆਂ ਨੂੰ ਅਸੀਂ ਸੰਥਿਆ ਕਰਾਉਂਦੇ ਹਾਂ। ਗਿਆਨੀ ਜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਨੇ ਸੈਂਕੜੇ ਵਿਦਿਆਰਥੀਆਂ ਨੂੰ ਇੱਥੇ ਵਿੱਦਿਆ ਪੜ੍ਹਾਈ। ਇੱਥੇ ਵੀ ਵਿਦਿਆਲਾ ਚੱਲਦਾ ਹੈ, ਹੋਰ ਵੀ ਜਿੱਥੇ ਜਿੱਥੇ। ਇਹ ਬੜੀ ਵੱਡੀ ਗੱਲ ਹੈ। ਜਦੋਂ 1984 ਦਾ ਇਹ ਖੇਡ ਵਰਤੀ ਹੈ ਨਾ, ਹੁੰਦਾ ਜੋ ਵੀ ਹੈ ਵਾਹਿਗੁਰੂ ਦੇ ਭਾਣੇ 'ਚ ਭਲਾ ਹੀ ਹੁੰਦਾ, ਬਾਅਦ 'ਚ ਪਤਾ ਲੱਗਦਾ। ਫੌਜਾਂ ਇੱਥੇ ਉਤਰੀਆਂ ਨੇ, ਥਾਂ ਥਾਈਂ ਗੁਰਬਾਣੀ ਦਾ, ਬਾਣੇ ਦਾ ਪ੍ਰਚਾਰ ਹੋਇਆ, ਸਿੰਘ ਬਾਣੀ ਪੜ੍ਹਨ ਲੱਗ ਪਏ ਨੇ। ਅਗਲਾ ਸਟੈਪ ਹੁਣ ਇਹ ਹੈ ਵੀ ਆਪਾਂ ਬਾਣੀ ਦੇ ਅਰਥ ਅਤੇ ਜਿਹੜੀ ਪੰਜਾਬੀ ਆਪਾਂ ਬੋਲਦੇ ਸੀ ਨਾ ਪਿੰਡਾਂ 'ਚ, ਉਹਨੂੰ ਜਿੰਦਾ ਰੱਖੀਏ। ਹੁਣ ਮੈਂ ਦੇਖਿਆ ਵੀ ਇੱਥੋਂ ਤੱਕ ਕੰਮ ਖਰਾਬ ਹੈ ਵੀ ਪੰਜਾਬ ਦੇ ਜਿਹੜੇ ਇੱਥੇ ਬੱਚੇ ਤੁਹਾਡੇ ਜੰਮੇ ਨੇ, ਬੜੇ ਹੀ ਚੰਗੇ ਨੇ, ਬੜੇ ਹੀ ਸਿਆਣੇ ਨੇ, ਬੜੇ ਹੀ ਸਾਫ਼ ਦਿਲ ਨੇ, ਪਰ ਆਪਣੇ ਕਲਚਰ ਵੱਲੋਂ, ਆਪਣੀ ਬੋਲੀ ਵੱਲੋਂ ਪੈਰ ਪਿੱਛੇ ਹੈ। ਮੈਂ ਇੱਕ ਸਿੰਘ ਨੂੰ ਆਖਿਆ ਮੈਂ ਬਾਟਾ ਇੱਥੇ ਧਰ ਦੇ, ਉਹ ਬਾਟਾ ਫੜ ਕੇ ਖਲੋਤਾ ਰਿਹਾ। ਉਹ ਮੈਂ ਕਿਹਾ ਧਰ ਦੇ, ਉਹ ਫੇਰ ਵੇਖੇ। ਮੈਂ ਕਿਹਾ ਵੀ ਇਹਨੂੰ ਧਰ ਦੇ ਦੀ ਸਮਝ ਨਹੀਂ, ਮੈਂ ਕਿਹਾ ਰੱਖ ਦੇ। ਫਿਰ ਉਹਨੂੰ ਸਮਝ ਆਈ ਵੀ ਰੱਖਣਾ ਅਤੇ ਧਰਨਾ ਇੱਕੋ ਹੀ ਚੀਜ਼ ਹੁੰਦੀ ਹੈ। ਯਾਨੀ ਪੰਜਾਬੀ ਦਾ ਕੰਮ ਜਿਹੜਾ ਹੈ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਜਿਹਦਾ ਮਾਂ ਬਾਪ ਨੂੰ ਵੀ ਧਿਆਨ ਦੇਣਾ ਪੈਣਾ ਅਤੇ ਸਾਨੂੰ ਪ੍ਰਚਾਰਕਾਂ ਨੂੰ ਵੀ ਧਿਆਨ ਦੇਣਾ ਪੈਣਾ। ਉਸ ਤੋਂ ਬਾਅਦ ਪਾਠ ਤਾਂ ਕਰੀ ਜਾਂਦੇ ਆ, ਪਰ ਗੁਰਬਾਣੀ ਦੇ ਅਰਥ ਬਹੁਤ ਤੋਂ ਬਹੁਤ ਜ਼ਿਆਦਾ ਗੈਪ ਪੈ ਗਿਆ। ਹਾਲਾਂਕਿ ਪੰਜਾਬ ਦੇ ਵਿੱਚ ਵੀ ਬੱਚਿਆਂ ਨੂੰ 2-3 ਸਾਲ ਲੱਗਦੇ ਸੀ ਸਾਨੂੰ ਅਰਥ ਪੜ੍ਹਾਉਣ ਲੱਗਿਆ ਘੱਟੋ ਘੱਟ। ਇੱਥੇ ਦੁੱਗਣੀ ਤਿੱਗਣੀ ਮਿਹਨਤ ਕਰਨੀ ਪੈਂਦੀ ਹੈ ਵੀ ਜਿਹੜੀ ਆਮ ਬੋਲੀ ਹੈ ਨਾ, ਉਹ ਵੀ ਸਾਨੂੰ ਉਹਦੇ ਅਰਥ ਕਰਨੇ ਪੈਂਦੇ ਹੁਣ। ਕਿਉਂਕਿ ਮਾਂ ਬਾਪ ਜਦੋਂ ਇੱਥੇ ਆਏ ਨੇ, ਬੜੀ ਸਟਰਗਲ ਸੀ, ਬੜੀ ਮਿਹਨਤ ਸੀ ਕੰਮ ਦੇ ਵਿੱਚ, ਦਿਨ ਰਾਤ ਕੰਮ ਵਿੱਚ, ਅਤੇ ਬੱਚਿਆਂ ਨੂੰ ਆਪਾਂ ਧਿਆਨ ਨਹੀਂ ਦੇ ਸਕੇ ਵੀ ਇਹਨਾਂ ਬੱਚਿਆਂ ਨੂੰ ਆਪਾਂ ਆਪਣੀ ਬੋਲੀ ਵੀ ਸਿਖਾਉਣੀ ਹੈ, ਆਪਣੇ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਦੱਸਣੇ ਹੈ, ਪ੍ਰਸ਼ਾਦਾ ਵੀ ਲਾਉਣਾ ਸਿਖਾਉਣਾ, ਨਿਰਾ ਪੀਜ਼ਾ ਹੀ ਨਹੀਂ ਖਵਾਉਣਾ। ਇੱਥੋਂ ਦੇ ਬੱਚਿਆਂ ਨੂੰ ਮੈਂ ਕਹਿ ਦਿਆਂ ਵੀ ਮੈਨੂੰ ਤੁਸੀਂ ਪੀਜ਼ਾ ਖਵਾਓ, ਬਰੀਟੋ ਖਵਾਓ, ਮਿੰਟ ਲਾਉਂਦੇ ਆ। ਅਤੇ ਜੇ ਕਹੀਏ ਪ੍ਰਸ਼ਾਦਾ ਲਾ ਕੇ ਫਿਰ ਆਟਾ ਕਿਵੇਂ ਗੁੰਨੀ ਦਾ ਜੀ, ਅਤੇ ਦਾਲ ਸਬਜ਼ੀ ਕਿਵੇਂ ਬਣਾਈ ਦੀ ਜੀ, ਉਹਦਾ ਪਤਾ ਨਹੀਂ। ਕਹਿਣ ਦਾ ਮਤਲਬ ਹੈ ਵੀ ਆਹ ਚੀਜ਼ਾਂ ਜਿਹੜੀਆਂ ਨੇ ਬੇਸਿਕ, ਇਹ ਵੀ ਕਾਇਮ ਕਰਨੀਆਂ ਨੇ। ਇਹਨਾਂ ਵਿੱਚੋਂ ਹੀ ਹੁਣ ਆਪਾਂ ਨੂੰ ਉੱਦਾਂ ਦੇ ਵਿਦਵਾਨ ਜਿਵੇਂ ਮਹਾਂਪੁਰਸ਼ ਹੋਏ ਨੇ ਉਹ ਪ੍ਰਗਟ ਕਰਨੇ ਪੈਣੇ, ਤਾਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਣੀ। ਅਰਦਾਸ ਕਰਿਆ ਕਰੀਏ ਕਿ ਇਹੋ ਜਿਹੇ ਸਾਧੂ ਮਹਾਂਪੁਰਸ਼ ਫੇਰ ਆਉਣ, ਆਉਂਦੇ ਹੀ ਰਹਿਣ। ਜਨਮ ਮਰਨ ਦੋਹੂੰ ਮੈਂ ਨਾਹੀ, ਉਹ ਜੰਮਣ ਮਰਨ 'ਚ ਨਹੀਂ ਹੁੰਦੇ। ਜਨ ਪਰਉਪਕਾਰੀ ਆਏ, ਪਰਉਪਕਾਰ ਲਈ ਆਉਂਦੇ ਆ, ਪਰਉਪਕਾਰ ਵਾਸਤੇ ਸਰੀਰ ਧਾਰਨ ਕਰਦੇ ਆ। ਮਹਾਰਾਜ ਉਹਨਾਂ ਰੂਹਾਂ ਨੂੰ ਭੇਜਦੇ ਰਹਿਣ, ਆ ਕੇ ਸਾਡੇ ਅੰਦਰ ਸਿੱਖੀ ਦਾ ਬੂਟਾ ਲਾਉਂਦੇ ਰਹਿਣ, ਚੜ੍ਹਦੀ ਕਲਾ ਹੋਵੇ ਖਾਲਸੇ ਪੰਥ ਦੀ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਪੀ ਤਪੀ ਬੈਰਾਗੀ ਤਿਆਗੀ,
ਮਾਇਆ ਦਾ ਕੋਈ ਲਾਲਚ ਨਹੀਂ ਕੀਤਾ। ਸਾਧ ਸੰਗਤ ਜੀ, ਅੱਜ ਮੇਰੇ ਵਰਗੇ ਕਥਾਵਾਚਕ ਕਹਿੰਦੇ ਕਥਾ ਮੈਂ ਬੜੀ ਕਰਦਾ, ਸੁਣਦਾ ਕੋਈ ਨਹੀਂ। ਸੁਣੇ ਕਿਵੇਂ? ਸਾਡੇ ਅੰਦਰ ਆਸ਼ਾ ਮਨਸਾ ਤ੍ਰਿਸ਼ਨਾ ਵਸੀਆਂ ਹੋਈਆਂ ਨੇ, ਰਾਗ ਦਵੈਸ਼ ਵਸੀ ਹੋਈ ਹੈ। ਅਸੀਂ ਸਾਧ ਸੰਗਤ ਜੀ ਦਵੈਤ ਹੀ ਨਹੀਂ ਮਿਟਾ ਸਕੇ ਆਪਣੀ। ਜਦੋਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਪਤਾ ਲੱਗਦਾ ਜੋ ਦੀਸੈ ਸੋ ਤੇਰਾ ਰੂਪ। ਜੋ ਵੀ ਸੰਸਾਰ 'ਚ ਪ੍ਰਾਣੀ ਮਾਤਰ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਜਿੰਨੀ ਸ੍ਰਿਸ਼ਟੀ ਹੈ, ਹੇ ਵਾਹਿਗੁਰੂ ਤੇਰਾ ਰੂਪ ਹੈ। ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਨੇ? ਗੱਡੀ ਤੇ ਲਿਖਾ ਲੈਣਾ ਬ੍ਰਹਮ ਗਿਆਨੀ, ਆਪਣੇ ਨਾਂ ਦੇ ਅੱਗੇ ਪਿੱਛੇ ਜੋੜ ਲੈਣਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਨਹੀਂ ਬਣਦਾ ਜਦੋਂ ਬ੍ਰਹਮ ਨੂੰ ਸਮਝ ਲਵੇ, ਵਿਆਪਕ ਨੂੰ ਸਮਝ ਲਵੇ। ਬ੍ਰਹਮ ਦੇ ਅਰਥ ਹਨ ਵਿਆਪਕ, ਜੋ ਮੇਰੇ ਵਿੱਚ ਵੀ ਹੈ ਤੇਰੇ ਵਿੱਚ ਵੀ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਆ ਜਿੰਨੀ ਸ੍ਰਿਸ਼ਟੀ ਹੈ ਦ੍ਰਿਸ਼ਟਮਾਨ ਹੈ, ਸਭ ਅਕਾਲ ਪੁਰਖ ਦਾ ਰੂਪ ਹੈ। ਐਸੀ ਦ੍ਰਿਸ਼ਟੀ ਨਾਲ ਦੇਖੇ, ਫਿਰ ਉਹਨੂੰ ਆਪਣਾ ਬਗਾਨਾ, ਵੱਡਾ ਛੋਟਾ, ਹਿੰਦੂ ਮੁਸਲਮਾਨ ਦਿਸੇਗਾ? ਸਾਹਿਬ ਕਲਗੀਧਰ ਜੀ ਕੀ ਕਹਿੰਦੇ ਆ? ਜਾਤੇ ਛੂਟ ਗਇਓ ਭਰਮ ਉਰ ਕਾ, ਤਿਹ ਆਗੈ ਹਿੰਦੂ ਕਿਆ ਤੁਰਕਾ। ਜਿਹਦੇ ਮਨ 'ਚੋਂ ਭਰਮ ਨਿਕਲ ਗਿਆ, ਉਹਦੇ ਮਨ 'ਚੋਂ ਹਿੰਦੂ ਮੁਸਲਮਾਨ ਦੀ ਦੀਵਾਰ ਵੀ ਢਹਿ ਜਾਂਦੀ ਹੈ। ਅਸੀਂ ਤੇ ਅੱਜ ਬੜੀਆਂ ਛੋਟੀਆਂ ਛੋਟੀਆਂ ਦੀਵਾਰਾਂ 'ਚ ਵੰਡੇ ਗਏ ਹਾਂ। ਕਿਸੇ ਦਾ ਗੋਲਦਮਾਲਾ ਹੋਵੇ, ਟਕਸਾਲੀ ਹੈ ਜੀ। ਕਿਸੇ ਨੇ ਨੁੱਕਰਵਾਲੀ ਬੰਨੀ ਜੀ, ਇਹ ਮਿਸ਼ਨਰੀ ਹੈ ਜੀ। ਮੱਥਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਾਂ। ਪਰ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਉਹ ਗੁਰੂ ਸਾਹਿਬ ਜੀ ਦਾ ਬਚਨ ਸਿੱਖਾਂ ਨੂੰ ਵੇਖ ਕੇ ਮੱਥੇ ਤੇ ਤਿਉੜੀ ਪੈ ਜਾਂਦੀ। ਮੈਨੂੰ ਇੰਗਲੈਂਡ ਦਾ ਬਚਨ ਯਾਦ ਆਉਂਦਾ। ਮਹਾਂਪੁਰਸ਼ੋ ਕਹਿੰਦੇ ਬਾਬਾ ਜੀ ਉਹ ਬੰਦਾ ਆ ਰਿਹਾ ਨਾ ਜਿਹੜਾ ਜੋੜੇ ਖਾਨੇ 'ਚ ਇੱਕ ਜੋੜਾ ਲਾਂਦਾ ਪਿਆ ਸੀ ਬੰਦਾ। ਮੈਂ ਕਿਹਾ ਹਾਂ। ਕਹਿੰਦਾ ਉਹਨੂੰ ਵੇਖ ਕੇ ਤੇ ਮੈਨੂੰ ਅੱਗ ਲੱਗ ਜਾਂਦੀ ਹੈ। ਮੈਂ ਕਿਹਾ ਫਿਰ ਗੁਰਦੁਆਰੇ ਵਿੱਚ ਬੈਠਿਆਂ ਵੀ ਜੇ ਤੈਨੂੰ ਅੱਗ ਲੱਗਦੀ ਹੈ, ਫਿਰ ਬਾਹਰ ਪਤਾ ਨਹੀਂ ਕੀ ਹੁੰਦਾ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਗੁਰਦੁਆਰੇ 'ਚ ਬੈਠਿਆਂ ਵੀ ਭਾਈ ਗੁਰਦਾਸ ਜੀ ਲਿਖਦੇ ਨੇ, ਬਾਹਰ ਕੀ ਅਗਨ ਬੁਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲਗੇ ਕੈਸੇ ਕਹਿ ਬੁਝਾਈ ਹੈ। ਬਾਹਰ ਦੀ ਅੱਗ ਤੇ ਪਾਣੀ ਨਾਲ ਬੁਝਾ ਲਈਦੀ ਹੈ। ਜੇ ਨਦੀ ਦੇ ਵਿੱਚ ਕਿਸ਼ਤੀ ਨੂੰ ਅੱਗ ਲੱਗ ਕੇ ਕਿਸ਼ਤੀ ਸੜ ਗਈ ਹੈ, ਫਿਰ ਉਹਦਾ ਕੀ ਹੱਲ ਕਰੋਗੇ? ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰੈ। ਸੰਸਾਰ ਦੀ ਚਿੰਤਾ, ਫਿਕਰ, ਡਰ, ਭੈ, ਈਰਖਾ, ਦਵੈਸ਼, ਨਿੰਦਾ, ਚੁਗਲੀ ਤੋਂ ਬਚਣ ਲਈ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਆਉਂਦੇ ਹਾਂ। ਜੇ ਇੱਥੇ ਵੀ ਸਾਡੇ ਮੱਥੇ ਤੇ ਤਿਉੜੀਆਂ ਨੇ, ਫਿਰ ਕਦੀ ਨਹੀਂ ਉਤਰਨਗੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਉਹਨਾਂ ਨੇ ਪੋਥੀ ਲਿਖੀ ਹੈ ਸ੍ਰੀ ਗੁਰਮੁਖ ਪ੍ਰਕਾਸ਼। ਜੇ ਮਹਾਂਪੁਰਸ਼ਾਂ ਨੂੰ ਸਮਝਣਾ ਹੋਵੇ ਤੇ ਮਹਾਂਪੁਰਸ਼ਾਂ ਦੀ ਕਥਾ ਸੁਣੋ ਤੇ ਮਹਾਂਪੁਰਸ਼ਾਂ ਦੇ ਗ੍ਰੰਥ ਪੜ੍ਹੋ। ਅੱਜ ਸਾਧ ਸੰਗਤ ਜੀ, ਇੱਥੇ ਬਾਹਰ ਦੇ ਮੁਲਕਾਂ ਦੀ ਮੈਂ ਗੱਲ ਕਰਾਂ, ਮੇਰੀ ਗੱਲ ਦਾ ਗਲਤ ਅਰਥ ਨਾ ਲੈਣਾ, ਕਿਉਂਕਿ 50% ਗੱਲ ਇੱਧਰ ਹੁੰਦੀ ਹੈ, 50 ਇੱਧਰ ਹੁੰਦੀ ਹੈ। ਉਹਦਾ ਬੈਲੈਂਸ ਕਰਕੇ ਰੱਖੋ ਤੇ ਗੱਲ ਸਮਝ ਆਉਂਦੀ ਹੈ। ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਜਿਹੜੇ ਇੱਥੇ ਫੇਸਬੁੱਕ ਦੇ ਉੱਤੇ ਆਪਾਂ ਗਿਆਨੀ, ਟਕਸਾਲੀ, ਮਿਸ਼ਨਰੀ, ਨਿਹੰਗ ਸਿੰਘ ਬਣੇ ਹੋਏ ਆ ਫੇਸਬੁੱਕ ਤੇ ਆਪਸ ਵਿੱਚ ਇੱਕ ਦੂਜੀ ਦੀ ਅਸੀਂ ਲੱਤਾਂ ਖਿੱਚਦੇ ਵੀ ਹਾਂ, ਇੱਕ ਜਥੇਬੰਦੀਆਂ ਦੇ ਨਾਂ 'ਤੇ ਲੜਦੇ ਹਾਂ। ਅਸੀਂ ਬਹੁਤ ਨਿੱਕੇ ਨਿੱਕੇ ਮੁੱਦਿਆਂ ਉੱਤੇ ਕਈ ਘੰਟੇ ਬੈਠੇ ਅਸੀਂ ਡਿਬੇਟ ਕਰਦੇ ਹਾਂ। ਉਹ ਟਾਈਮ ਜਿਹੜਾ ਅਸੀਂ ਗੁਰਬਾਣੀ ਪੜ੍ਹਨੀ ਸੀ, ਸੰਥਿਆ ਲੈਣੀ ਸੀ, ਵਿੱਦਿਆ ਪੜ੍ਹ ਕੇ ਜਪ ਤਪ ਕਰਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਉਣਾ ਸੀ, ਉਹ ਟਾਈਮ ਅਸੀਂ ਇਹਨਾਂ ਬਹਿਸਾਂ 'ਚ ਲਗਾਉਂਦੇ ਹਾਂ। ਜਿਹੜੇ ਮਿਸ਼ਨਰੀ ਬਣ ਕੇ ਲੜਦੇ ਨੇ ਉਹ ਕਦੀ ਮਿਸ਼ਨਰੀ ਕਾਲਜ ਦੇ ਕੋਲੋਂ ਨਹੀਂ ਲੰਘੇ, ਤੇ ਜਿਹੜੇ ਟਕਸਾਲੀ ਬਣ ਕੇ ਲੜਦੇ ਨੇ, ਮਾਫ਼ ਕਰਨਾ, ਅਗਿਆਨੀ ਜੀ ਸੁਰਜੀਤ ਸਿੰਘ ਜੀ ਇੱਥੋਂ ਹੁਣੇ ਗਏ ਨਾ, ਉੱਥੇ ਸਿੰਘ ਬੈਠੇ, ਉਹ ਕਹਿੰਦੇ ਜੀ ਅਸੀਂ ਟਕਸਾਲੀ ਹਾਂ। ਉਹ ਕਹਿੰਦੇ ਤੁਸੀਂ ਟਕਸਾਲੀ ਨਹੀਂ, ਮਾਫ਼ ਕਰਨਾ, ਤੁਸੀਂ ਟਕਸਾਲ ਦੇ ਸ਼ਰਧਾਲੂ ਹੋ ਸਕਦੇ,
ਟਕਸਾਲ ਤੇ ਸ਼ਰਧਾ ਰੱਖਣੀ। ਉਹ ਟਕਸਾਲ ਦੇ ਸ਼ਰਧਾਲੂ, ਟਕਸਾਲੀ ਉਹ ਹੈ ਜਿਹਨੇ ਟਕਸਾਲ 'ਚ 2 4 ਸਾਲ 5 ਸਾਲ ਬਾਟੇ ਮਾਂਜੇ ਨੇ। ਉੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਦਸਮ ਗ੍ਰੰਥ ਸਾਹਿਬ ਜੀ ਦੀ, ਭਾਈ ਗੁਰਦਾਸ ਜੀ ਦੀ, ਗੁਰਪ੍ਰਤਾਪ ਦੀ ਕੋਈ ਸੰਥਿਆ ਲਈ ਹੈ, ਕੋਈ ਜਪ ਤਪ ਘਾਲਣਾ ਘਾਲੀ ਹੈ, ਘੜੀਆ ਸ਼ਬਦ ਸੱਚੀ ਟਕਸਾਲ। ਉਹ ਉੱਥੇ ਦਾ ਫਿਰ ਬਣਿਆ ਹੋਇਆ ਸਿੱਕਾ, ਉਹ ਚਮਕਦਾ। ਜਿਹੜੇ ਮੇਰੇ ਵਰਗੇ ਉੱਥੇ ਕਦੀ ਗਏ ਹੀ ਨਹੀਂ, ਅਸੀਂ ਟਕਸਾਲ ਦੇ ਸ਼ਰਧਾਲੂ ਹੋ ਸਕਦੇ ਹਾਂ, ਅਸੀਂ ਮਿਸ਼ਨਰੀਆਂ ਦੇ ਸ਼ਰਧਾਲੂ ਹੋ ਸਕਦੇ ਹਾਂ, ਅਸੀਂ ਨਿਹੰਗ ਸਿੰਘਾਂ ਦੇ ਵੀ ਸ਼ਰਧਾਲੂ ਹੋ ਸਕਦੇ ਹਾਂ। ਨਿਹੰਗ ਸਿੰਘ ਬਣਨ ਵਾਸਤੇ ਵੀ 5 4 ਸਾਲ ਘੋੜੇ ਦੀ ਲਿੱਦ ਚੁੱਕਣੀ ਪੈਣੀ ਹੈ, ਬਾਟੇ ਮਾਂਜਣੇ ਪੈਣੇ ਆ, ਅੰਮ੍ਰਿਤ ਵੇਲਾ ਸੰਭਾਲਣਾ ਪੈਣਾ। 9 ਵਜੇ ਤੱਕ ਅਸੀਂ ਸੁੱਤੇ ਨਹੀਂ ਉੱਠਦੇ, ਅਤੇ ਉੱਦਾਂ ਅਸੀਂ 100% ਪੂਰੇ ਸਿੱਖ ਹਾਂ। ਮਾਫ਼ ਕਰ ਦੇਣਾ, ਮੈਂ ਕਿਸੇ ਨਾਲ ਵੀ ਉਹ ਪੱਖਪਾਤ ਦੀ ਗੱਲ ਨਹੀਂ ਕਰਦਾ, ਇੱਕ ਸਾਂਝੀ ਗੱਲ ਕੀਤੀ ਹੈ। ਅਤੇ ਇਹ ਬੈਲੈਂਸ ਜਥੇਬੰਦੀਆਂ ਉੱਥੇ ਪੰਜਾਬ ਵਿੱਚ ਰਹਿੰਦੀਆਂ ਨੇ, ਆਪਸ ਵਿੱਚ ਕਈ ਵਾਰੀ ਮਰੋੜ ਚੂੜਾ ਵੀ ਹੁੰਦਾ, ਅਗਲੇ ਦਿਨ ਫਿਰ ਇਕੱਠੇ ਹੁੰਦੇ ਆ। ਇੱਥੋਂ ਵਾਲੇ ਇੱਕ ਵਾਰੀ ਰੁੱਸ ਜਾਣ, ਮੁੜ ਕੇ ਫਤਿਹ ਨਹੀਂ ਬੁਲਾਉਂਦੇ ਸਾਰੀ ਉਮਰ। ਇਹ ਮੈਂ ਇੱਥੇ ਤਾਂ ਕਹਿ ਰਿਹਾ ਵੀ ਇੱਥੋਂ ਆਪਾਂ ਇਹ ਰੋਗ ਕੱਢਣਾ ਆਪਣੇ ਮਨਾਂ ਵਿੱਚੋਂ। ਐਂ ਵਿਸ਼ਾਲ ਹਿਰਦਾ ਕਰ ਲਓ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਸੰਤਾਂ ਦੀ ਮੈਂ ਤਾਂ ਗੱਲ ਕੀਤੀ ਹੈ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਇੱਕ ਚੈਪਟਰ ਲਿਖਿਆ ਬੜਾ ਲੰਮਾ। ਜਿੰਨੀਆਂ ਵੀ ਪੰਥ ਦੀਆਂ ਜਥੇਬੰਦੀਆਂ, ਸੰਪਰਦਾਵਾਂ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਸੇਵਾ ਪੰਥੀ, ਸਾਰੀਆਂ ਪੁਰਾਤਨ ਤੇ ਕੂਕਿਆਂ ਤੱਕ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਉਹਨਾਂ ਦੀ ਜਥੇਬੰਦੀ, ਫਿਰ ਇਸੇ ਤਰ੍ਹਾਂ ਹੀ ਅਖੰਡ ਕੀਰਤਨੀ ਜਥੇ ਦੇ ਭਾਈ ਸਾਹਿਬ ਰਣਧੀਰ ਸਿੰਘ ਜੀ, ਜਿੰਨੇ ਵੀ ਸਾਰਿਆਂ ਮਹਾਂਪੁਰਸ਼ਾਂ ਦੀ ਉਸਤਤੀ ਲਿਖੀ, ਔਰ ਇੰਨੇ ਅਦਬ ਨਾਲ ਲਿਖੀ ਹੈ, ਇੰਨੇ ਸਤਿਕਾਰ ਨਾਲ ਲਿਖੀ ਹੈ, ਇੱਦਾਂ ਸਮਝ ਕੇ ਵੀ ਇਹ ਗੁਰੂ ਨਾਨਕ ਦੀ ਫੁਲਵਾੜੀ ਹੈ। ਇਹ ਸਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਹਨ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਬ੍ਰਹਮ ਦ੍ਰਿਸ਼ਟੀ ਹੈ ਵੀ ਸਾਰੀਆਂ ਸੰਪਰਦਾਵਾਂ ਦਾ। ਉੱਥੇ ਤੁਸੀਂ ਪੜ੍ਹ ਲਓ ਗੁਰਮੁਖ ਪ੍ਰਕਾਸ਼ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਤੋਂ 10 ਪਾਤਸ਼ਾਹੀਆਂ ਤੱਕ ਕਿਵੇਂ ਸੰਪਰਦਾ ਆਈ, ਅਤੇ ਅੱਜ ਤੱਕ ਖਾਲਸੇ ਦੀ ਸੰਪਰਦਾ। ਸੰਪਰਦਾ ਦਾ ਕੀ ਅਰਥ ਹੁੰਦਾ ਹੈ? ਆਮ ਲੋਕ ਇਹਨੂੰ ਜਮਾਤ, ਧੜਾ ਜਾਂ ਕੋਈ ਪਾਰਟੀ ਸਮਝਦੇ। ਬਿਲਕੁਲ ਇਹਦਾ ਅਰਥ ਇਹ ਨਹੀਂ। ਸੰਪਰਦਾ ਦਾ ਅਰਥ ਹੈ ਸਮਿਕ ਪ੍ਰਦਾਇ ਤੇ ਇਤੀ ਸੰਪਰਦਾਇ। ਸਮਿਕ ਮੈਨੇ ਚੰਗੀ ਤਰ੍ਹਾਂ, ਭਲੀ ਪ੍ਰਕਾਰ, ਵਧੀਆ ਤਰੀਕੇ ਨਾਲ ਸੋਧ ਕੇ, ਪ੍ਰਦਾਇ ਤੇ ਮੈਨੇ ਦੇਣਾ। ਜੋ ਪਿਤਾ ਜੀ ਦੇ ਕੋਲ ਦਾਦਾ ਜੀ ਦੀ ਪ੍ਰੋਪਰਟੀ ਸੀ, ਪੜਦਾਦਾ ਜੀ ਦੀ ਪ੍ਰੋਪਰਟੀ ਸੀ, ਉਹ ਉਹਨਾਂ ਨੇ ਸਾਡੇ ਹੈਂਡਓਵਰ ਕਰ ਦਿੱਤੀ ਹੈ, ਅਤੇ ਅਸੀਂ ਉਹ ਜਿਹੜੀ ਆਪਣੀ ਪਿਓ ਦਾਦੇ ਦਾ ਖਜ਼ਾਨਾ ਆਪਣੇ ਪੁੱਤਰ ਪੋਤਰੇ ਪੜਪੋਤਰੇ ਤੱਕ ਸਹੀ ਪਹੁੰਚਾ ਦਈਏ, ਉਹਦੇ ਵਿੱਚ ਕੋਈ ਵਾਧਾ ਘਾਟਾ ਨਾ ਹੋਣ ਦਈਏ, ਉਸ ਮਰਿਆਦਾ ਨੂੰ ਤੋੜੀਏ ਭੰਨੀਏ ਨਾ। ਇਹਨੂੰ ਕਹਿੰਦੇ ਸੰਪਰਦਾਇ। ਸੰਪਰਦਾਇ ਨੇ ਚੀਜ਼ਾਂ ਸਾਂਭੀਆਂ ਹੋਈਆਂ ਨੇ, ਵੱਖਰੀਆਂ ਵੱਖਰੀਆਂ ਗੱਲਾਂ ਨੇ। ਕਦੀ ਫਿਰ ਸਮਾਂ ਬਣਿਆ ਮੈਂ ਖੁੱਲ੍ਹ ਕੇ ਤੇ ਵਿਚਾਰ ਕਰਾਂ, ਪਰ ਬੇਨਤੀ ਹੈ ਕਿ ਅੱਜ ਆਪਾਂ ਮਹਾਂਪੁਰਸ਼ਾਂ ਦਾ ਦਿਹਾੜਾ 50 ਸਾਲਾ ਸੱਚਖੰਡ ਗਮਨ ਮਨਾ ਰਹੇ ਹਾਂ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ, ਅਤੇ ਆਪਾਂ ਉਹਨਾਂ ਤੋਂ ਸੇਧ ਲੈਣੀ ਹੈ। ਇੱਕ ਤਾਂ ਸੰਥਿਆ ਦਾ, ਜਿਵੇਂ ਮੁਸਲਮਾਨਾਂ ਵਿੱਚ ਮੈਂ ਦੇਖਿਆ ਜੀ ਵੀ ਭਾਵੇਂ ਕੋਈ ਰਿਕਸ਼ਾ ਚਲਾਉਂਦਾ ਹੋਵੇ ਅਤੇ ਭਾਵੇਂ ਕੋਈ ਜੱਜ ਲੱਗਾ ਹੋਵੇ, ਕੁਰਾਨ ਜ਼ਰੂਰ ਪੜ੍ਹੀ ਹੁੰਦੀ ਹੈ, ਅਤੇ ਸਿੱਖ ਕਹਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਨਾ ਪੜ੍ਹਿਆ ਹੋਵੇ, ਜਪਜੀ ਸਾਹਿਬ ਵੀ ਨਾ ਪੜ੍ਹਿਆ ਹੋਵੇ, ਫਿਰ ਕਾਹਦਾ ਸਿੱਖ ਹੈ? ਆਪਾਂ ਇਸ ਪਾਸੇ ਧਿਆਨ ਦਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਜੋ ਪਰੰਪਰਾ ਸੰਪਰਦਾਇ ਤੋਂ ਚੱਲੀ ਆ ਰਹੀ, ਸਤਿਗੁਰੂ ਕਲਗੀਧਰ ਜੀ ਮਹਾਰਾਜ ਤੱਕ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਆਇਆ, ਅਤੇ ਗੁਰੂ ਨਾਨਕ ਸਾਹਿਬ ਤੋਂ ਅੱਗੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ ਜੀ, ਉਹਨਾਂ ਬਜ਼ੁਰਗਾਂ ਤੋਂ ਚੱਲਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੱਕ ਪਹੁੰਚਿਆ। ਆਪਾਂ ਉਸ ਨੂੰ ਅੱਗੇ ਤੋਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰੀ ਸੰਗਤ ਦਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਭੁੱਲ ਚੁੱਕ ਹੋਈ ਹੋਵੇ ਮਾਫ਼ ਕਰ ਦੇਣਾ, ਕਿਸੇ ਸ਼ਬਦ ਦਾ ਗਲਤ ਅਰਥ ਨਾ ਲੈਣਾ। ਜੇ ਪੁੱਛਣਾ ਹੋਵੇ ਦਾਸ ਨੂੰ ਪੁੱਛ ਲੈਣਾ, ਮੈਂ ਸਪਸ਼ਟੀਕਰਨ ਦਿਆਂਗਾ ਆਪਣੀ ਭਾਵਨਾ ਦੇ ਮੁਤਾਬਕ,
पर मैं बेनती करा भी संतां दा मिशन बड़ा वड्डा सी, उस मिशन नूं आपां सौड़े नहीं होण देना, सारी दुनिया नूं ही गुरु नानक साहब दा सिख बनाना। वाहिगुरू जी का खालसा, वाहिगुरू जी।